जानी जानी रे राजा राम की कहानी, अंतर जोत राम परगासा, गुरमुख बिरलै जानी। सुख अटल गुर सेवियै, अहनिस सहज सुभाए। दर्शन परसै गुरु कै, जन्म मरण दुख जाए। धन वाहिगुरु साहिब जी, बिलावल महला पंजवा। सुख निधान प्रीतम प्रभ मेरे, अगणत गुण ठाकुर प्रभ तेरे। मोहि अनाथ तुमरी शरणाई, कर कृपा हर चरण त्याई। सुख निधान प्रीतम प्रभ मेरे, अगणत गुण ठाकुर प्रभ तेरे। मोहि अनाथ तुमरी शरणाई, कर कृपा हर चरण त्याई। दया कर वस मन आए, मोहि निर्गुण लीजै लड़ लाए। रहाउ रब चित आवे तां कैसी पीड़, हर सेवक नाही जम पीड़। सर्ब दुख हर सिमरत नसै, जाकै संग सदा प्रभ वसै। प्रभ का नाम मन तन आधार, विसरत नाम होवत तन सार। प्रभ चित आए पूरन सब काज, हर विसरत सबका मोहताज। चरण कमल संग लागी प्रीता, विसर गई सब दुर्मत रीत। मन तन अंतर हर हर मंत, नानक भगतन कै घर सदा आनंदा। चरण कमल संग लागी प्रीता, विसर गई सब दुर्मत रीता। मन तन अंतर हर हर मंता, नानक भगतन कै घर सदा आनंदा। एक ओम गुरु श्री गुरु ग्रंथ साहिब जी महाराज, दसां पातशाहियां दी आत्मक जोत, चबर छत्र तख्त दे मालक, गुरु गरीब नवाज सतगुरु जी दे हजूर, अमृत वेले दीवाना समय हाजरियां पर रहे गुरु प्यारे सतगुरु जी ने रहमत बख्शिश की है।
ਜੋ ਸਭਨਾਂ ਨੂੰ ਬਾਲੁਦ ਮਚਾਓ ਬਖਸ਼ਿਸ਼ ਕਰਦੇ ਹਾਂ। ਚਰਨ ਕਮਲਾਂ ਨਾਲ ਜੋੜਿਆ ਹੈ ਦਰ ਘਰ ਦੀ ਸੇਵਾ। ਗੁਰਬਾਣੀ ਪੜ੍ਹਨ ਸੁਣ ਸਮਝਣ ਦੇ ਬਾਅਦ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਜੀ ਦੇ ਹਜ਼ੂਰ ਸਜੇ ਦੀਵਾਨਾਂ ਦੀ ਸਮਾਪਤੀ ਉਪਰੰਤ ਅਰਦਾਸ ਬੇਨਤੀ ਹੋਈ। ਸਤਿਗੁਰੂ ਜੀ ਦਾ ਹੁਕਮ ਆਪਾਂ ਸਭਨਾਂ ਨੇ ਸ਼ਰਵਣ ਕੀਤਾ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 801 ਅਤੇ 2 ਦੇ ਉੱਪਰ ਦਰਜ ਹੈ। ਪੰਜਵੇਂ ਪਾਤਸ਼ਾਹ ਗੁਰੂ ਗਰੀਬ ਨਿਵਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਹਨਾਂ ਦੇ ਵੱਲੋਂ ਬਿਲਾਵਲ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਬਿਲਾਵਲ ਮਹਲਾ ਪੰਜਵਾਂ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਣਤ ਗੁਣ ਠਾਕੁਰ ਪ੍ਰਭ ਤੇਰੇ। हे ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਸੁੱਖਾਂ ਦੇ ਖਜ਼ਾਨੇ ਹੋ। ਨਹੀਂ ਤਾਂ ਪਿਆਰਿਓ, ਜਦੋਂ ਆਪਾਂ ਆਮ ਦੁਨੀਆ ਨੂੰ ਦੇਖਦੇ ਹਾਂ ਤੇ ਦੁਨੀਆ ਨੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਮੰਗਣਾ ਸਿੱਖਿਆ ਹੈ। ਵੱਖੋ ਵੱਖਰੇ ਦੇਵੀ ਦੇਵਤਿਆਂ ਤੇ ਉਪਾਸਕ ਬਣੇ ਹੋਏ ਨੇ ਲੋਕ, ਤੇ ਇਹ ਪੂਜਾ ਜੋ ਵੀ ਪੂਜਾ ਧਰਮ ਕਰਮ ਜੋ ਵੀ ਜੁੜਿਆ ਹੈ, ਉਹ ਮਨੁੱਖ ਦੇ ਮਨ ਦੀ ਆਸ ਹੈ ਕਿ ਮੈਨੂੰ ਸੁੱਖ ਮਿਲ ਜਾਣ। ਪਰ ਸਤਿਗੁਰੂ ਜੀ ਕਹਿੰਦੇ ਜੇ ਤੂੰ ਪਰਮੇਸ਼ਰ ਨਾਲ ਜੁੜ ਜਾਏ ਤੈਨੂੰ ਸਭ ਕੁਝ ਮਿਲ ਜਾਏਗਾ। ਤੈਨੂੰ ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਹੁਣ ਦੇਖੋ ਵੀ ਦੁਨੀਆ ਵਿੱਚ ਜੋ ਵੀ ਪੂਜਾ ਮੰਨਤਾਵਾਂ ਪ੍ਰਚਲਿਤ ਨੇ, ਉਹ ਮਨੁੱਖ ਤਾਂ ਹੀ ਕਰਦਾ ਵੀ ਅਸੀਂ ਸੌਖੇ ਰਹੀਏ। ਕਬਰਾਂ ਦੀ ਪੂਜਾ, ਮੜੀਆਂ ਦੀ ਪੂਜਾ, ਇੱਥੋਂ ਤੱਕ ਕਿ ਮਨੁੱਖ ਜਿਵੇਂ ਸੱਪਾਂ ਦੀ ਪੂਜਾ ਹੋ ਗਈ, ਗਾਵਾਂ ਦੀ ਪੂਜਾ ਹੋ ਗਈ। ਖਾਸ ਕਰਕੇ ਸਾਡੇ ਭਾਰਤ ਵਿੱਚ ਕਹਿ ਦਿੰਦੇ ਨੇ ਗਊ ਤੇ ਮਾਤਾ ਹੁੰਦੀ ਹੈ। ਹੋਰ ਸਾਰੇ ਦੇਸ਼ ਦੀਆਂ ਧਰਤੀਆਂ ਨੇ ਸਾਰੀਆਂ, ਪਰ ਸਾਡੇ ਦੇਸ਼ ਨੂੰ ਇਕੱਲੇ ਨੂੰ ਭਾਰਤ ਮਾਤਾ ਕਿਹਾ ਜਾਂਦਾ। ਸੋ ਪਿਆਰੋ, ਕਹਿਣ ਤੋਂ ਭਾਵ ਕਿ ਬੜਾ ਕੁਝ ਅਜਿਹਾ ਹੈ ਜਿਹੜਾ ਪੁਜਾਰੀਵਾਦ ਨੇ ਮਨੁੱਖ ਦੀ ਮਾਨਸਿਕਤਾ ਵਿੱਚ ਪਾਇਆ, ਤੇ ਮਨੁੱਖ ਨੂੰ ਲੱਗਾ ਕਿ ਸ਼ਾਇਦ ਮੈਨੂੰ ਇੱਥੋਂ ਸੁੱਖ ਲੱਭ ਜਾਏਗਾ, ਸੁੱਖ ਮਿਲ ਜਾਏਗਾ। ਪਰ ਸਤਿਗੁਰੂ ਜੀ ਕਹਿੰਦੇ ਪਿਆਰੇ, ਗੱਲ ਯਾਦ ਰੱਖੀ, ਸੁੱਖਾਂ ਦਾ ਖਜ਼ਾਨਾ ਹੈ ਉਹ ਮਾਲਕ ਵਾਹਿਗੁਰੂ ਪਰਮਾਤਮਾ। ਇਹੋ ਜਿਹੇ ਬੇਅੰਤ ਪ੍ਰਮਾਣ ਸਾਨੂੰ ਬਾਣੀ ਵਿੱਚੋਂ ਪੜ੍ਹਨ ਨੂੰ ਮਿਲਦੇ, ਜਿੱਥੇ ਸਤਿਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ। ਸਤਿਗੁਰੂ ਜੀ ਆਖ ਰਹੇ ਕਿ ਸੁਖ ਨਿਧਾਨ ਪ੍ਰਭ ਏਕ ਹੈ, ਅਵਿਨਾਸੀ ਸੁਣਿਆ। ਸੁੱਖਾਂ ਦਾ ਖਜ਼ਾਨਾ ਇੱਕੋ ਮਾਲਕ ਵਾਹਿਗੁਰੂ ਪਰਮਾਤਮਾ ਹੈ। ਤੇ ਨਾਲ ਸਤਿਗੁਰੂ ਜੀ ਕਹਿੰਦੇ ਅਵਿਨਾਸੀ ਸੁਣਿਆ, ਉਹ ਕਦੇ ਨਾਸ ਹੋਣ ਵਾਲਾ ਨਹੀਂ, ਕਦੇ ਖਤਮ ਹੋਣ ਵਾਲਾ ਨਹੀਂ, ਉਹ ਸਦੀਵ ਰਹਿਣ ਵਾਲਾ ਹੈ। ਤੇ ਜੇ ਉਹ ਸਦੀਵ ਰਹਿਣ ਵਾਲਾ ਹੈ ਤਾਂ ਫਿਰ ਇੰਨੀ ਗੱਲ ਅਸੀਂ ਧਿਆਨ ਕਰੀਏ ਕਿ ਉਹਦੇ ਦਿੱਤੇ ਹੋਏ ਜੇ ਸੁੱਖ ਨੇ ਜਿਹੜੇ, ਉਹ ਵੀ ਫਿਰ ਸਦਾ ਰਹਿਣ ਵਾਲੇ ਹੋਣਗੇ, ਉਹ ਵੀ ਕਦੇ ਖਤਮ ਨਹੀਂ ਹੋਣਗੇ। ਸੁਖ ਨਿਧਾਨ ਹਰਿ ਅਲਖ ਸੁਆਮੀ। ਸਤਿਗੁਰੂ ਜੀ ਕਹਿੰਦੇ ਸੁੱਖਾਂ ਦਾ ਖਜ਼ਾਨਾ ਉਹ ਮਾਲਕ ਵਾਹਿਗੁਰੂ ਜੀ ਦਾ ਅਲਖ ਨਹੀਂ ਰੱਖਿਆ ਜਾ ਸਕਦਾ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਹੜੇ ਸੁੱਖ ਅਸੀਂ ਮੰਗਦੇ ਹਾਂ ਪਿਆਰਿਓ, ਉਹ ਕਿਹੋ ਜਿਹੇ ਨੇ? ਜਿਵੇਂ ਸਤਿਗੁਰੂ ਜੀ ਕਹਿੰਦੇ ਸੁੱਖ ਮੰਗਤ ਦੁੱਖ ਆਗਲ ਹੋਏ। ਸਾਡੇ ਮੰਗੇ ਹੋਏ ਸੁੱਖ, ਸਤਿਗੁਰੂ ਜੀ ਕਹਿੰਦੇ ਮੰਗਿਆ ਸੁੱਖ ਸੀ, ਦੁੱਖ ਆ ਗਿਆ। ਇੱਦਾਂ ਹੀ ਹੁੰਦਾ, ਦੁੱਖ ਤਾਂ ਕੋਈ ਵੀ ਨਹੀਂ ਮੰਗਦਾ। ਆਪਾਂ ਕਈ ਵਾਰ ਇਸ ਗੱਲ ਦੀ ਵਿਚਾਰ ਕੀਤੀ ਹੈ, ਜਿਵੇਂ ਸਤਿਗੁਰੂ ਜੀ ਕਹਿੰਦੇ ਨੇ ਸਭ ਕੋ ਮੰਗੇ ਸੁੱਖ ਕੋ ਦੁੱਖ ਨਾ ਮੰਗੇ ਕੋਈ। ਸਤਿਗੁਰੂ ਜੀ ਕਹਿੰਦੇ ਦੁੱਖ ਦਾ ਕੋਈ ਮੰਗਦਾ ਹੀ ਨਹੀਂ। ਸੁਖੇ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ। ਇਹਦੇ ਜਿਹੜਾ ਮਨਮੁਖ ਬੰਦਾ ਸੁੱਖਾਂ ਦੀ ਕਾਮਨਾ ਕਰਦਾ, ਜਿਹੜਾ ਆਪਣੇ ਮਨ ਮਗਰ ਲੱਗ ਕੇ ਇਕੱਲੇ ਕੇਵਲ ਦੁਨਿਆਵੀ ਸੁੱਖਾਂ ਤੇ ਖੜ ਗਿਆ, ਤੇ ਸਤਿਗੁਰੂ ਜੀ ਕਹਿੰਦੇ ਜਦੋਂ ਸੁੱਖ ਮੰਗੇਗਾ ਤੇ ਦੁੱਖ ਮਿਲੇਗਾ ਹੀ ਮਿਲੇਗਾ।
ਦੁੱਖ ਆਵੇਗਾ ਹੀ ਆਵੇਗਾ ਜੀਵਨ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਮਨਮੁਖ ਬੂਝ ਨਾ ਹੋਏ। ਮਨਮੁਖ ਬੰਦੇ ਨੂੰ ਇਸ ਗੱਲ ਦੀ ਸੋਝੀ ਕੋਈ ਨਹੀਂ। ਹੁਣ ਸਤਿਗੁਰੂ ਜੀ ਕਹਿੰਦੇ ਜਿਹੜਾ ਸੁੱਖ ਹੈ ਸਦੀਵ ਸੁੱਖ, ਤੇ ਸਤਿਗੁਰੂ ਜੀ ਕਹਿੰਦੇ ਸ਼ਬਦ ਭੇਦ ਸੁੱਖ ਹੋਏ। ਕਹਿੰਦੇ ਅਸਲ ਸੁੱਖ ਜਿਹੜਾ ਉਹ ਆਪਣਾ ਹਿਰਦਾ ਸ਼ਬਦ ਵਿੱਚ ਭਿੰਨ, ਤੇਰਾ ਹਿਰਦਾ ਸ਼ਬਦ ਵਿੱਚ ਵਿੰਨਿਆ ਜਾਵੇ, ਤੇਰੇ ਹਿਰਦੇ ਵਿੱਚ ਗੁਰੂ ਦੀ ਬਾਣੀ ਦਾ ਗਿਆਨ ਆ ਜਾਵੇ। ਤੇ ਸਾਹਿਬ ਜੀ ਕਹਿੰਦੇ ਸ਼ਬਦ ਭੇਦ ਸੁੱਖ ਹੋਏ। ਕਹਿੰਦੇ ਜਦੋਂ ਹਿਰਦਾ ਤੇਰਾ ਸ਼ਬਦ ਨਾਲ ਜੁੜ ਗਿਆ ਤੈਨੂੰ ਅਸਲ ਸੁੱਖ ਦੀ ਪ੍ਰਾਪਤੀ ਤਾਂ ਹੋਵੇਗੀ। ਹੁਣ ਸ਼ਬਦ ਕੀ ਹੈ? ਬਾਣੀ ਕੀ ਹੈ? ਉਹ ਮਾਲਕ ਵਾਹਿਗੁਰੂ ਪਰਮਾਤਮਾ ਦਾ ਰੂਪ। ਆਪਾਂ ਇਹ ਵੀ ਪੜ੍ਹਦੇ ਹੁੰਦੇ ਹਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਇਹ ਮਾਲਕ ਜੀ ਇਹ ਤੇਰੀ ਬਾਣੀ ਹੈ। ਧੁਰ ਕੀ ਬਾਣੀ ਆਈ, ਪਾਉਸ ਮਾਲਕ ਦੀ ਬਾਣੀ, ਉਹ ਪਰਮੇਸ਼ਰ ਦੀ ਬਾਣੀ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਇਹ ਬਾਣੀ ਰੱਬ ਦੀ ਹੈ। ਤੇ ਪਿਆਰਿਓ ਜੇ ਅਸੀਂ ਬਾਣੀ ਨਾਲ ਜੁੜਾਂਗੇ, ਹੁਣ ਬਾਣੀ ਸਾਡੇ ਕੋਲ ਉਸ ਪਰਮਾਤਮਾ ਦਾ ਰੂਪ ਹੈ। ਬਾਣੀ ਪਰਮਾਤਮਾ ਦਾ ਰੂਪ ਹੈ। ਜੇ ਅਸੀਂ ਬਾਣੀ ਨਾਲ ਜੁੜਾਂਗੇ ਤਾਂ ਪਰਮਾਤਮਾ ਨਾਲ ਜੁੜਾਂਗੇ, ਇਹ ਗੱਲ ਪੱਕੀ ਕਰ। ਤੇ ਪਰਮਾਤਮਾ ਨਾਲ ਜੁੜ ਕੇ ਕਿਸੇ ਕਿਸਮ ਦਾ ਦੁੱਖ ਨਹੀਂ ਰਹਿੰਦਾ। ਤੇ ਫਿਰ ਜਿਹੜੇ ਬਾਣੀ ਨਾਲ ਜੁੜ ਗਏ ਉਹਨਾਂ ਦੇ ਜੀਵਨ ਵਿੱਚ ਵੀ ਕੋਈ ਦੁੱਖ ਨਹੀਂ ਰਹਿੰਦਾ, ਕਿਉਂਕਿ ਗੁਰੂ ਮੱਤ ਦੇ ਦਿੰਦਾ, ਸੋਝੀ ਦੇ ਦਿੰਦਾ। ਦੁਨੀਆ ਦੇ ਲੋਕ ਦੁੱਖਾਂ ਸੁੱਖਾਂ ਵਿੱਚ ਫਸ ਕੇ ਜ਼ਿੰਦਗੀ ਜਿਉਂਦੇ ਨੇ, ਤੇ ਸਤਿਗੁਰੂ ਜੀ ਕਿਰਪਾ ਕਰਕੇ ਮਨੁੱਖ ਨੂੰ ਦੁੱਖਾਂ ਸੁੱਖਾਂ ਤੋਂ ਉੱਪਰ ਚੁੱਕ ਦਿੰਦੇ ਨੇ, ਇਹਨਾਂ ਦੁੱਖਾਂ ਸੁੱਖਾਂ ਵਿੱਚੋਂ ਕੱਢ ਹੀ ਦਿੰਦੇ। ਹੁਣ ਜਦੋਂ ਦੁੱਖ ਸੁੱਖਾਂ ਵਿੱਚੋਂ ਮਨੁੱਖ ਨਿਕਲ ਗਿਆ, ਫਿਰ ਜੀ ਕਿਹੜਾ ਸੁੱਖ ਤੇ ਕਿਹੜਾ ਦੁੱਖ? ਫਿਰ ਤੇ ਗੱਲ ਹੀ ਮੁੱਕ ਗਈ ਨਾ। ਤਾਂ ਹੁਣ ਪਿਆਰਿਓ ਸਤਿਗੁਰੂ ਜੀ ਇਸ ਤਰ੍ਹਾਂ ਸਾਨੂੰ ਰਹਿਮਤ ਬਖਸ਼ਿਸ਼ ਕਰਦਿਆਂ ਸਮਝਾ ਰਹੇ ਕਿ ਉਹ ਮਾਲਕ ਵਾਹਿਗੁਰੂ ਹੀ ਸਾਰੇ ਸੁੱਖ ਦੇਣ ਵਾਲਾ ਹੈ। ਪਰਮੇਸ਼ਰ ਨਾਲ ਜੁੜੋ। ਇੱਥੇ ਇੱਕ ਭਾਵ ਇਹ ਹੈ ਵੀ ਜਿਹੜੀ ਬਹੁ ਭਾਂਤੀ ਪੂਜਾ ਹੋ ਰਹੀ ਹੈ ਸਮਾਜ ਦੇ ਉੱਤੇ, ਬੜੇ ਤਰੀਕਿਆਂ ਦੇ ਨਾਲ ਲੋਕ ਸੁੱਖ ਲੱਭਣ ਦਾ ਯਤਨ ਕਰ ਰਹੇ ਨੇ ਵੀ ਕਦੋਂ ਸੁੱਖ ਮਿਲ ਜਾਏ। ਤਾਂ ਇਹਦੀ ਵੀ ਸਤਿਗੁਰੂ ਜੀ ਨੇ ਗੱਲ ਕੀਤੀ, ਭਾਵੇਂ ਚੀਜ਼ ਨੂੰ ਕੱਟਿਆ। ਸੁੱਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਜਦੋਂ ਖਜ਼ਾਨਾ ਹੀ ਕਹਿ ਦਿੱਤਾ, ਇਹਦਾ ਭਾਵ ਦੂਜੇ ਦੇ ਕੱਟੇ ਗਏ ਵੀ ਖਜ਼ਾਨਾ ਤੇ ਮਾਲਕਾ ਤੇਰੇ ਕੋਲ ਹੀ ਹੈ ਸੁੱਖਾਂ ਦਾ, ਹੋਰ ਕਿਤੇ ਨਹੀਂ। ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿ ਨਾ ਕੋਈ। ਉਹ ਨਾਨਕ ਹਰ ਭਜ ਮਨਾ ਤੇ ਸਿਮਰਤ ਗਤ ਹੋਏ। ਇਹ ਸਾਰੇ ਸੁੱਖ ਦੇਣ ਵਾਲਾ ਉਹ ਸਰਵ ਵਿਆਪਕ ਪਰਮਾਤਮਾ ਪਰਮੇਸ਼ਰ ਹੈ। ਥੋੜੀ ਗੱਲ ਪੱਕੀ ਕਰ ਲਓ ਆਪਣੇ ਮਨਾਂ ਦੇ ਅੰਦਰ ਕਿ ਅਸੀਂ ਕਿਤੇ ਵੀ ਹੋਰ ਆਪਣਾ ਸਿਰ ਨਹੀਂ ਝੁਕਾਵਾਂਗੇ, ਕਿਤੇ ਹੋਰ ਜਾ ਕੇ ਕੁਝ ਮੰਗਾਂਗੇ ਨਹੀਂ। ਕੇਵਲ ਤੇ ਕੇਵਲ ਅਸੀਂ ਗੁਰੂ ਦੇ ਅੱਗੇ ਸਿਰ ਨਿਵਾਵਾਂਗੇ, ਅਰਦਾਸ ਬੇਨਤੀ ਕਰਾਂਗੇ, ਤੇ ਜੇ ਮੰਗਾਂਗੇ ਤੇ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਤੋਂ ਮੰਗਾਂਗੇ। ਇਹ ਇੱਕ ਆਪਾਂ ਕਹਿ ਸਕਦੇ ਹਾਂ ਬੜੇ ਕ੍ਰਾਂਤੀਕਾਰੀ ਬਚਨ ਨੇ, ਜਦੋਂ ਅਸੀਂ ਇਹਦੀ ਗੋਹਜ ਨੂੰ ਸਮਝਾਂਗੇ, ਇਹਦੇ ਵਿੱਚ ਗੁੱਝੇ ਭਾਵ ਨੂੰ ਸਮਝਾਂਗੇ। ਭਾਵ ਕਿ ਬਹੁ ਭਾਂਤੀ ਪੂਜਾ ਵੱਲੋਂ ਹਟਾ ਕੇ ਸਤਿਗੁਰੂ ਜੀ ਇੱਕ ਪਰਮੇਸ਼ਰ ਨਾਲ ਜੋੜ ਰਹੇ, ਉਹਦੇ ਨਾਲ ਜੁੜ ਜਾਈਏ। ਤੇ ਨਾਲ ਫਿਰ ਸਤਿਗੁਰੂ ਜੀ ਨੇ ਆਖਿਆ ਕਿ ਸਾਡੇ ਜੀਵਨ ਵਿੱਚ ਦੁੱਖ ਕਿਉਂ ਨੇ। ਹੁਣ ਬਾਣੀ ਦੀਆਂ ਪੰਕਤੀਆਂ ਨੇ ਨਾ ਜਿਹੜੀਆਂ, ਉਹ ਨਾਲ ਨਾਲ ਜੁੜੀਆਂ ਹੁੰਦੀਆਂ ਨੇ, ਭਾਵ ਇੱਕ ਦੂਜੇ ਦੇ ਨਾਲ ਉਹਦਾ ਸੰਬੰਧ ਹੁੰਦਾ, ਅਰਥ ਸਪਸ਼ਟ ਕਰਦੀਆਂ ਹੁੰਦੀਆਂ। ਹੁਣ ਪਰਮਾਤਮਾ ਦੇ ਸੁੱਖਾਂ ਦਾ ਖਜ਼ਾਨਾ, ਅਸੀਂ ਇਹ ਵੀ ਆਖਦੇ ਹਾਂ ਕਿ ਪਰਮਾਤਮਾ ਦੀ ਜੋਤ ਸਾਡੇ ਅੰਦਰ ਹੈ। ਸਾਨੂੰ ਗੁਰੂ ਨੇ ਦੱਸਿਆ ਕਿ ਪਰਮਾਤਮਾ ਸਾਡੇ ਅੰਦਰ ਰਹਿੰਦਾ। ਫਿਰ ਇਹ ਬੰਦਾ ਦੁਖੀ ਕਿਉਂ ਹੈ ਜਦੋਂ ਉਹਦੀ ਜੋਤ ਸਾਡੇ ਅੰਦਰ ਹੈ? ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਹਮ ਰਾਮ ਕੀ ਅੰਸ਼। ਅਸੀਂ ਉਸ ਪਰਮਾਤਮਾ ਦੀ ਅੰਸ਼ ਹਾਂ ਜੋ ਪਰਮ ਆਤਮਾ ਹੈ। ਉਹੀ ਸਾਡੇ ਸਰੀਰ ਵਿੱਚ ਵਸ ਰਿਹਾ, ਜਿਹਦੇ ਕਰਕੇ ਸਾਡਾ ਸਰੀਰ ਚੱਲ ਰਿਹਾ। ਹੁਣ ਦੁਖੀ ਕਿਉਂ ਆ? ਸਤਿਗੁਰੂ ਜੀ ਕਹਿੰਦੇ ਅਗਣਤ ਗੁਣ ਠਾਕਰ ਪ੍ਰਭ ਤੇਰੇ, ਵੀ ਮਾਲਕ ਜੀ ਤੇਰੇ ਵਿੱਚ ਗੁਣ ਬਹੁਤ ਨੇ, ਅਗਣਤ ਅਣਗਿਣਤ ਗੁਣ ਨੇ। ਜਿਵੇਂ ਸਾਹਿਬ ਜੀ ਕਹਿੰਦੇ ਨੇ, ਬੇਅੰਤਾ ਬੇਅੰਤ ਗੁਣ ਤੇਰੇ, ਖੇਤ ਗਾਵਾਂ ਰਾਮ। ਇਹ ਬੇਅੰਤ ਵਾਹਿਗੁਰੂ ਜੀ ਦਾ ਅੰਤ ਨਾ ਪਾਇਆ ਜਾ ਸਕੇ। ਤੇਰੇ ਬੇਅੰਤ ਗੁਣ ਨੇ, ਤੂੰ ਬੇਅੰਤਾਂ, ਤੇਰੇ ਗੁਣ ਵੀ ਬੇਅੰਤ ਨੇ। ਤੇ ਮੈਂ ਕਿੰਨੇ ਕੁ ਗਾ ਸਕਦਾ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨਨ ਨਾ ਸਾਖੋਂ ਗੁਠਾਖੁਰ ਉੱਚ ਭਗਵਾਨ।
बेअंत गुण अनेक महिमा, कीमत कछु ना जाए कही। है मालक जी, तेरे बेअंत गुण ने ते तेरी महिमा जिहड़ी बड़ी अपार है। बेअंत अनेक महिमा, बड़े प्रकार की तेरी महिमा है। असी भाव तेरी वडियाई, तेरी शोभा पूर्ण तौर पर कर ही नहीं सकते। कीमत कछु ना जाए कही। तो मालक जी, असी की मुल पाईए, असी की कह सकते हैं तेरे बारे। तो हुण प्यारो, ये बड़ी वड्डी गल है। जो असीं इस गल नूं समझांगे फिर साडे जीवन में सुख आउणे। जो हुण असीं अपना जीवन देखते हैं तो साडे जीवन दे विच औगण ने, जिन्हों बाबा फरीद जी ने आख्या है, गुनाही भरिया मैं फिरां, लोग कहें दरवेश। काले मेंढे कपड़े काला मेंढा बेश। बाबा फरीद जी कहते, गुनाही भरिया मैं फिरां, लोग कहें दरवेश। लोगों ने मेरा पहरावा देख लिया, अपने ते ला के गल की उन्होंने। हालांकि गल समाज के हर एक उस मनुख की है जिहड़ा इत्थे जिंदगी जिउण आया है। जिन्हों मर्जी पुछ लो, वो कहेगा मैं बड़ा बड़ा धर्मी है, मैं बड़े सही तरीके नाल जिंदगी जिउं रहा हाँ। पर कहण लगे भरे हुए गनाहां दे बंदा देखदा नहीं ना, अपने अंदर झाती नहीं मारदा, बंदा समाज वाली देखदा है। बंदा ये देखदा भी फलाना बंदा बहुत बुरा है, पर अपने अंदर नहीं झाकदा कि मैं कितना बुरा हाँ। तो हुण प्यारिओ, सतगुरु जी कहते अगणत गुण तेरे अणगिणत गुण ने। तो हुण प्यारो, ये गुण ही ने जिन्हां दे नाल साडा परमात्मा दे नाल साडी सांझ बननी, गुणा करके बननी है। गुणा तो बिना असीं उहदे नाल जुड़ नहीं सकते। जो आपां साहिब जी का बचन पढ़ते हुंदे आ, उत्थे सतगुरु जी ने सवाल जवाब के रूप में शब्द उच्चारण किया, जिथे सतगुरु जी कहते ने, मैं अवगुण भरपूर शरीरे, हों क्यों कर मेरा अपने प्रीतम पूरे। है मालक जी, मेरे विच ते अवगुण ही अवगुण ने, अवगुण ही अवगुण ने। जो आपां देखांगे, साडियां अखां चंगा नहीं देखदियां, ਕੰਨ ਸਾਡੇ ਚੰਗਾ नहीं सुनते, साडी सुरत विच चंगे ख्याल नहीं विचार नहीं हैं, हत्थां पैरां नाल असीं किसी का कोई भला कारज करन वास्ते तत्पर नहीं हुंदे, ते फिर भी बंदा कहेगा कि मैं बहुत चंगा हाँ। गुण कोई नहीं है। तो सतगुरु जी कहते, मैं अवगण भरपूर शरीरे, मेरे शरीर में अवगण ही अवगण भरे पे ने, हों क्यों कर मिला अपने प्रीतम पूरे। जीवन में अवगण ने, तो प्रीतम वाहिगुरु परमात्मा उन्होंने किमें मिलिया जा सके। सुख निधान प्रीतम प्रभ मेरे, हों क्यों कर मिला अपने प्रीतम पूरे। जिन गुणवंती मेरा प्रीतम पाया। गुणवंती जिन्ना गुणवान जीव इस्त्रियां, भाव जिन्हों के हिरदे विच गुण वसे हुए सी, वो भावें इस्त्री होवे चाहे पुरुष होवे। जिन गुणवंती मेरा प्रीतम पाया, से मैं हों गुण नाही, भाव वो गुण मेरे विच नहीं, हों क्यों कर मिला मेरी माया। तो मैं उस परमात्मा के नाल फिर किवें मिला, मेरी उहदे नाल किवें सांझ पवे। वो तो है ही सुखां दा खजाना, ਉਹਦੇ ਵਿੱਚ ਤੇ ਅਣਗਿਣਤ ਗੁਣ ਨੇ, ਉਹਦੇ ਗੁਣਾਂ ਦਾ ਭੰਡਾਰ। ਆਪਾਂ ਪੜ੍ਹਦੇ ਹੁੰਦੇ ਹਾਂ ਨਾ, ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਐ ਗੁਣੀ ਨਿਧਾਨ। ਗੁਣਾਂ ਦਾ ਖਜ਼ਾਨਾ ਉਹ ਮਾਲਕ ਵਾਹਿਗੁਰੂ। ਸਭ ਅਬ ਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਸਾਡੇ ਵਿੱਚ ਔਗਣ ਹੀ ਔਗਣ ਨੇ। ਹੁਣ ਪਿਆਰੇ, ਇਹ ਬੜੀ ਵੱਡੀ ਗੱਲ ਹੈ। ਇਸ ਗੱਲ ਤੇ ਅਮਲ ਕਰੀਏ ਆਪਾਂ, ਤੇ ਆਪਣੇ ਅੰਦਰ ਝਾਕਣਾ ਸ਼ੁਰੂ ਕਰੀਏ, अपने अंदर देखना शुरू करिए। असी जिवें बाबा फरीद जी कहते ने, आप नड़ै गिरवान में सिर नीवा कर देख। बाबा फरीद जी कहते, फरीदा जे तू अकल लतीफ काले लिखना लिख। जे तू अपने आप को बहुत बरीक अकल वाला समझदा ना, तो माड़े काम छड्ड दे, काले लिखना लेख। जिहो जे कर्म करेगा ਉਹੋ ਜਿਹੇ ਲੇਖ ਤੇਰੇ ਲਿਖੇ ਜਾਣੇ ਨੇ। ਭਾਵ ਤੂੰ ਆਪਣੇ ਹੱਥੀਂ ਆਪੇ ਲੇਖ ਲਿਖ ਲਿਆ। ਭਾਵ ਗੰਦਾ ਜੀਵਨ ਜਿਉਂ ਕੇ, ਭੈੜਾ ਜੀਵਨ ਜਿਉਂ ਕੇ ਤੂੰ ਕਾਲੇ ਲੇਖ ਲਿਖ ਲਿਆ। ਤੇ ਕਹਿਣ ਲੱਗੇ, ਜੇ ਤੂੰ ਬੜਾ ਸਿਆਣਾ ਸਮਝਦਾ ਆਪਣੇ ਆਪ ਨੂੰ, ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ
देख, ਇਹਦਾ ਆਪਣੇ ਅੰਦਰ ਦੇਖ, ਆਪਣੇ ਅੰਦਰ ਝਾਤੀ ਮਾਰਿਆ ਕਰ, ਬਾਹਰ ਹੀ ਨਾ ਕਦੇ ਝਾਕੀ ਜਾਇਆ ਕਰ। ਤਾਂ ਪਿਆਰੋ, ਇਸ ਤਰ੍ਹਾਂ ਸਤਿਗੁਰੂ ਜੀ ਨੇ ਸਾਨੂੰ ਬੇਅੰਤ ਪ੍ਰਮਾਣ ਦੇ ਕੇ ਸਮਝਾਉਣ ਦਾ ਯਤਨ ਕੀਤਾ ਕਿ ਉਹ ਪਰਮਾਤਮਾ ਦੇ ਸੁੱਖਾਂ ਦਾ ਖਜ਼ਾਨਾ ਹੈ, ਪਰ ਸਾਡੇ ਜੀਵਨ ਵਿੱਚ ਦੁੱਖ ਕਿਉਂ ਨੇ। ਤਾਂ ਨਾਲ ਸਤਿਗੁਰੂ ਜੀ ਨੇ ਅਗਲੀ ਗੱਲ ਕੀਤੀ ਕਿ ਉਹ ਗੁਣਾਂ ਦਾ ਮਾਲਕ ਹੈ, ਉਹਦੇ ਵਿੱਚ ਬੇਅੰਤ ਗੁਣ ਨੇ, ਅਣਗਿਣਤ ਗੁਣ ਨੇ, ਗਿਣੇ ਨਹੀਂ ਜਾ ਸਕਦੇ ਉਹਦੇ ਕਿੰਨੇ ਗੁਣ ਨੇ। ਤੇ ਸਤਿਗੁਰੂ ਜੀ ਕਹਿਣ ਲੱਗੇ, ਅਗੰਤ ਗੁਣ ਠਾਕੁਰ ਪ੍ਰਭ, ਤੇ ਮਾਲਕ ਜੀ ਤੇਰੇ ਅਣਗਿਣਤ ਗੁਣ ਨੇ। ਤੇ ਫਿਰ ਹੁਣ ਜਦੋਂ ਸਾਡੇ ਵਿੱਚ ਗੁਣ ਕੋਈ ਨਹੀਂ, ਜਿਵੇਂ ਸਤਿਗੁਰੂ ਜੀ ਕਹਿੰਦੇ ਨੇ, ਮਤ ਮਾਤਾ ਸੰਤੋਖ ਪਿਤਾ, ਭਾਵ ਕਿ ਜਿਹੜੀ ਸੁਚੱਜੀ ਮੱਤ ਹੈ ਉਹ ਮਾਂ ਹੁੰਦੀ ਆ, ਤੇ ਸੰਤੋਖ ਪਿਤਾ ਹੋਵੇ, ਜੀਵਨ ਵਿੱਚ ਸੰਤੋਖ ਆ ਜਾਏ। ਹੁਣ ਬੱਚਾ ਆਪਣੇ ਪਿਤਾ ਤੋਂ ਸਾਰਾ ਕੁਝ ਸਿੱਖਦਾ, ਤੇ ਜੇ ਇਹ ਸੰਤੋਖ ਨੂੰ ਧਾਰਨ ਕਰ ਲਈਏ, ਅਸੀਂ ਸੰਤੋਖ ਆ ਜਾਵੇ ਸਾਡੇ ਜੀਵਨ ਦੇ ਵਿੱਚ, ਸੰਤੋਖੀ ਹੋ ਕੇ ਜ਼ਿੰਦਗੀ ਜਿਉਣੀ। ਤਾਂ ਪਿਆਰੇ, ਹੁਣ ਸਤਿਗੁਰੂ ਜੀ ਨੇ ਸਾਨੂੰ ਆਖਿਆ, ਕਹਿਣ ਲੱਗੇ, ਇਹਨਾਂ ਚੀਜ਼ਾਂ ਤੋਂ ਬਿਨਾਂ ਅਸੀਂ ਅਨਾਥ ਹਾਂ। ਜਿਵੇਂ ਬੱਚੇ ਦੇ ਦੁਨਿਆਵੀ ਮਾਂ-ਬਾਪ ਨਹੀਂ ਨਾ ਹੁੰਦੇ, ਆਪਾਂ ਉਹਨੂੰ ਕਹਿ ਦਿੰਦੇ ਕਿ ਅਨਾਥ ਹੋ ਗਿਆ, ਅਨਾਥ ਹੋ ਗਿਆ। ਹੁਣ ਜੀਵਨ ਦੇ ਵਿੱਚ ਰੱਬੀ ਗੁਣ ਨਹੀਂ ਹਨ, ਤੇ ਸਤਿਗੁਰੂ ਜੀ ਕਹਿੰਦੇ, ਮਾਲਕਾ ਅਸੀਂ ਅਨਾਥ ਹਾਂ, ਮੋਹਿ ਅਨਾਥ ਤੁਮਰੀ ਸ਼ਰਣਾਈ, ਕਰ ਕਿਰਪਾ ਹਰ ਚਰਨ ਤੇ ਹੈ। ਸਾਨੂੰ ਤਾਂ ਅਹਿਸਾਸ ਹੀ ਨਹੀਂ ਹੁੰਦਾ ਵੀ ਅਸੀਂ ਅਨਾਥ ਹਾਂ। ਸਾਡੇ ਬੱਚੇ ਵੀ ਅੱਗੇ ਅਨਾਥ ਨੇ, ਕਿਉਂਕਿ ਅਸੀਂ ਤੇ ਇਹ ਜਿਹੜਾ ਸਾਡਾ ਦਿਸਦਾ ਜੀਵਨ ਹੈ ਨਾ, ਸਰੀਰਕ ਜੀਵਨ, ਅਸੀਂ ਇਸੇ ਲਈ ਮੰਨੀ ਬੈਠਾਂਗੇ, ਬਸ ਇਹੀ ਹੈ। ਨਹੀਂ, ਇੱਕ ਸਾਡਾ ਆਤਮਿਕ ਜੀਵਨ ਵੀ ਹੈ, ਜਿਹੜਾ ਪਰਮਾਤਮਾ ਦੇ ਦਰ ਤੇ, ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ, ਰੱਬੀ ਗੁਣਾਂ ਵਾਲਾ ਜੀਵਨ। ਤੇ ਸਤਿਗੁਰੂ ਜੀ ਇਸ ਗੱਲ ਨੂੰ ਸਮਝਦਿਆਂ ਕਹਿ ਰਹੇ ਨੇ। ਹੁਣ ਦੁਨਿਆਵੀ ਤੌਰ ਤੇ ਤਾਂ ਆਪਾਂ ਦੇਖੀਏ, ਸਤਿਗੁਰੂ ਜੀ ਦੇ ਮਾਤਾ ਪਿਤਾ ਹੈ, ਸਕੇ ਸੰਬੰਧੀ ਹੈ, ਸਤਿਗੁਰੂ ਜੀ ਦੇ ਭਰਾ ਵੀ ਨੇ, ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਦੇ ਭਾਈ ਬਾਬਾ ਪਿਰਥੀ ਚੰਦ ਜੀ, ਬਾਬਾ ਮਹਾਦੇਵ ਜੀ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਪਿਤਾ ਨੇ ਉਹਨਾਂ ਦੇ। ਤਾਂ ਹੁਣ ਸਾਰਾ ਕੁਝ ਪਰਿਵਾਰ ਹੈ, ਪਰ ਅਨਾਥ ਕਹਿ ਰਹੇ ਨੇ। ਕਿਉਂ? ਕਿਉਂਕਿ ਰੱਬੀ ਗੁਣਾਂ ਤੋਂ ਬਿਨਾਂ, ਕਿਉਂਕਿ ਜਿਹੜੇ ਰੱਬ ਦੇ ਪਿਆਰੇ ਨੇ, ਉਹ ਪਿਆਰ ਉਸ ਮਾਲਕ ਨੂੰ ਹੀ ਆਪਣਾ ਮਾਤਾ ਪਿਤਾ ਮੰਨਦੇ ਨੇ। ਦੁਨਿਆਵੀ ਤੌਰ ਤੇ ਹੈ, ਉਹਨਾਂ ਦਾ ਮਾਣ ਸਤਿਕਾਰ ਹੈ, ਪਰ ਸਾਡਾ ਆਤਮਿਕ ਤੌਰ ਤੇ, ਜਿਵੇਂ ਹੁਣ ਦੇਖੋ ਵੀ ਸਾਡੇ ਆਤਮਿਕ ਪੱਖ ਦੀ ਗੱਲ ਹੈ, ਜਦੋਂ ਅਸੀਂ ਖੰਡੇ ਕੀ ਪੌਲ ਛਕਦੇ ਹਾਂ, ਜਿਹਨੂੰ ਅਸੀਂ ਕਹਿੰਦੇ ਅੰਮ੍ਰਿਤ ਛਕਣਾ, ਖੰਡੇ ਕੀ ਪੌਲ ਅਸੀਂ ਛਕਦੇ ਹਾਂ, ਤੇ ਉਦੋਂ ਫਿਰ ਜਦੋਂ ਪੰਜ ਪਿਆਰੇ ਮਰਜ਼ਾਦਾ ਦ੍ਰਿੜ ਕਰਵਾਉਂਦੇ, ਜਦੋਂ ਸਾਨੂੰ ਦੱਸਿਆ ਜਾਂਦਾ ਕਿ ਅੱਜ ਤੋਂ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਵਾਸੀ ਆਨੰਦਪੁਰ ਦੇ, ਨਾਨਕੇ ਗੁਰੂ ਕੇ ਲਾਹੌਰ, ਭਾਵੇਂ ਸਾਰੀਆਂ ਚੀਜ਼ਾਂ ਦ੍ਰਿੜ ਕਰਵਾਈਆਂ ਜਾਂਦੀਆਂ ਨੇ। ਉਂਝ ਤੇ ਸਾਡੇ ਨਾਨਕੇ ਕਿਤੇ ਹੋਰ ਹੁੰਦੇ ਨੇ, ਦੁਨਿਆਵੀ ਮਾਤਾ ਪਿਤਾ ਸਾਡੇ ਹੋਰ ਹੁੰਦੇ ਨੇ, ਪਰ ਉਸ ਤੋਂ ਬਾਅਦ ਸਾਡਾ ਆਤਮਿਕ ਜੀਵਨ ਹੈ, ਜਿਹੜਾ ਬਖਸ਼ਿਆ ਗੁਰੂ ਦਾ ਕਿਰਦਾਰ ਹੈ, ਜੋ ਗੁਰੂ ਦੇ ਬਖਸ਼ੇ ਹੋਏ ਸਿਧਾਂਤ ਨੇ, ਜਦੋਂ ਮਨੁੱਖ ਉਹਨਾਂ ਮੁਤਾਬਕ ਜ਼ਿੰਦਗੀ ਜਿਉਂਦਾ, ਏਕ ਪਿਤਾ ਏਕ ਸਕੇ ਹਮ ਮੁਬਾਰਕ ਤੂੰ ਮੇਰਾ ਗੁਰਹਾਈ, ਇਹ ਸਿਧਾਂਤ ਜਦੋਂ ਲਾਗੂ ਹੁੰਦਾ, ਤੇ ਫਿਰ ਜਿਤਨੇ ਵੀ ਸਿੱਖ ਧਰਮ ਨਾਲ ਸੰਬੰਧ ਰੱਖਦੇ ਨੇ, ਜਿਨ੍ਹਾਂ ਨੂੰ ਪਤਾ, ਤੇ ਉਹ ਫਿਰ ਆਪਣਾ ਧਰਮ ਦਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ। ਇਸੇ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਭਗਤ ਨੇ, ਉਹ ਕਹਿੰਦੇ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਂ। ਉਹ ਆਪਣਾ ਮਾਤਾ ਪਿਤਾ, ਭੈਣ ਭਰਾ, ਰਿਸ਼ਤੇਦਾਰ, ਸਗੇ ਸੰਬੰਧੀ, ਸਾਰਾ ਕੁਝ ਉਹ ਪਰਮੇਸ਼ਰ ਨੂੰ ਬਣਾ ਲੈਂਦੇ ਨੇ, ਉਹਦੇ ਨਾਲ ਹੀ ਰਿਸ਼ਤੇ ਜੋੜ ਲੈਂਦੇ ਨੇ ਬਸ। ਹੁਣ ਇੱਥੇ ਸਤਿਗੁਰੂ ਜੀ ਕਹਿੰਦੇ, ਮਾਲਕਾ ਅਸੀਂ ਇਸ ਤਰ੍ਹਾਂ ਤੇਰੇ ਨਾਲ ਨਹੀਂ ਜੁੜੇ, ਤਾਂ ਇਸ ਕਰਕੇ ਅਸੀਂ ਅਨਾਥ ਹਾਂ, ਮੋਹਿ ਅਨਾਥ ਤੁਮਰੀ ਸ਼ਰਣਾਈ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਕਰ ਕਿਰਪਾ ਹਰ ਚਰਨ ਤੇ ਹੈ, ਤੂੰ ਕਿਰਪਾ ਕਰ, ਅਸੀਂ ਤੇਰੇ ਚਰਨਾਂ ਨਾਲ ਜੁੜ ਜਾਈਏ। ਉਹਦੇ ਚਰਨ ਕੀ ਨੇ? ਉਹਦੀ ਯਾਦ, ਪਰਮੇਸ਼ਰ ਦੀ ਹੁੰਦੀ ਤੇ ਉਹਦਾ ਕੋਈ ਸਰੂਪ ਹੀ ਨਹੀਂ ਹੈ, ਉਹਦੀ ਕੋਈ ਫੋਟੋ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕੇ ਸ਼ੁਤਰੇ ਗੁਣ ਤੇ ਪ੍ਰਭ ਭਿੰਨ, ਜਿਸ ਤਰ੍ਹਾਂ ਬੁਝਾਏ ਨਾਨਕਾ ਤੇ ਸੋ ਹੋਵੇ ਸੋ ਪ੍ਰਸੰਨ। ਉਹ ਮਾਲਕ ਵਾਹਿਗੁਰੂ ਪਰਮੇਸ਼ਰ, ਉਹਦਾ ਕੋਈ ਰੂਪ ਨਹੀਂ, ਰੰਗ ਨਹੀਂ ਹੈ। ਤੇ ਸਤਿਗੁਰੂ ਜੀ ਹੁਣ ਦੇਖੋ ਉਹਦੇ ਚਰਨਾਂ ਦਾ ਫਿਰ ਤੁਸੀਂ ਕੀ ਧਿਆਨ ਕਰੋਗੇ। ਸਤਿਗੁਰੂ ਜੀ ਨੇ
ਕੁਝ ਗੱਲਾਂ ਦੁਨਿਆਵੀ ਤੌਰ ਤੇ ਲੈ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਈ ਵਾਰ ਅੱਖਰ ਮੁੱਕ ਜਾਂਦੇ ਨੇ, ਉਹ ਗੱਲ ਉਹਦਾ ਸਪਸ਼ਟ ਰੂਪ ਸਾਹਮਣੇ ਨਹੀਂ ਆਉਂਦਾ ਮਾਲਕ ਵਾਹਿਗੁਰੂ ਪਰਮਾਤਮਾ ਦਾ। ਫਿਰ ਕੁਝ ਕੁ ਉਦਾਹਰਨਾਂ ਦੇ ਕੇ ਸਤਿਗੁਰੂ ਜੀ ਨੇ ਸਮਝਾ ਦਿੱਤਾ। ਹਰ ਚਰਨ ਧਿਆਈ, ਮਾਲਕ ਜੀ ਤੁਸੀਂ ਕਿਰਪਾ ਕਰੋ ਅਸੀਂ ਤੁਹਾਡੇ ਨਾਲ ਜੁੜੇ ਰਹੀਏ। ਤੇ ਫਿਰ ਬੇਨਤੀ ਰੂਪੇ ਸ਼ਬਦ ਉਚਾਰੇ ਨੇ ਅੱਗੇ, ਜਿਹੜਾ ਰਹਾਉ ਵਾਲਾ ਬੰਦਾ ਹੈ। ਦਇਆ ਕਰੋ ਵਸੋ ਮਨ ਆਏ, ਮੋਹਿ ਨਿਰਗੁਣ ਲੀਜੈ ਲੜ ਲਾਏ। ਕਦੇ ਆਪਾਂ ਇੱਦਾਂ ਬੇਨਤੀ ਕੀਤੀ ਹੈ ਵੀ ਮਾਲਕ ਜੀ ਦਇਆ ਕਰੋ, ਤੁਸੀਂ ਆ ਕੇ ਸਾਡੇ ਹਿਰਦੇ ਵਿੱਚ ਵਸ ਜਾਓ। ਬਸ ਮੇਰੇ ਪਿਆਰਿਆ, ਬਸ ਮੇਰੇ ਗੋਬਿੰਦਾ, ਹਰ ਘਰ ਕਿਰਪਾ ਮਨ ਵਸ ਜੀਓ। ਅਸੀਂ ਪਿਆਰਿਓ ਕੇਵਲ ਦੁਨਿਆਵੀ ਰਸਤਾਂ ਵਸਤਾਂ ਮੰਗਣ ਵਾਸਤੇ ਸਤਿਗੁਰੂ ਕੋਲੇ ਆਉਂਦੇ ਹਾਂ। ਅਸੀਂ ਸਤਿਗੁਰੂ ਜੀ ਨੂੰ ਅਸੀਂ ਨਹੀਂ ਮੰਗਦੇ। ਅਸੀਂ ਨਹੀਂ ਕਹਿੰਦੇ ਵੀ ਰਹਿਮਤ ਬਖਸ਼ਿਸ਼ ਕਰੋ, ਤੁਸੀਂ ਆ ਕੇ ਸਾਡੇ ਮਨ ਵਿੱਚ ਵਸੋ। ਹੁਣ ਕਈ ਸਾਡੀ ਸਾਰੀ ਉਮਰ ਹੈ ਨਾ ਜਿਹੜੀ, ਉਹ ਇੱਦਾਂ ਮਰਦਿਆਂ ਖੱਪਦਿਆਂ ਲੰਘ ਜਾਂਦੀ ਹੈ, ਕਿਉਂਕਿ ਅਸੀਂ ਪਰਮਾਤਮਾ ਨੂੰ ਕਦੇ ਮੰਗੇ ਹੀ ਨਹੀਂ। ਅਸੀਂ ਆਪਣੇ ਮਨ ਵਿੱਚ ਖਿਆਲ ਹੀ ਨਹੀਂ ਲਿਆਂਦਾ ਕਿ ਮਾਲਕਾ ਅਸੀਂ ਤੇਰੇ ਨਾਲ ਜੁੜਨ ਵਾਸਤੇ ਇੱਥੇ ਆਉਂਦੇ ਹਾਂ। ਸਾਡੇ ਮਨ ਵਿੱਚ ਨਹੀਂ ਖਿਆਲ ਆਇਆ ਕਿ ਦੁਨਿਆਵੀ ਪਦਾਰਥ ਮੰਗਦੇ, ਅਸੀਂ ਤੈਨੂੰ ਮੰਗ ਲਈਏ, ਤੂੰ ਆ ਜਾ। ਜਿਵੇਂ ਹੁਣ ਸਤਿਗੁਰੂ ਜੀ ਦੀ ਬਾਣੀ ਦਾ ਆਪਾਂ ਬਚਨ ਪੜ੍ਹਦੇ ਹੁੰਦੇ ਹਾਂ, ਜਿੱਥੇ ਸਤਿਗੁਰੂ ਜੀ ਨੇ ਕਿਹਾ ਹੈ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ। ਸਤਿਗੁਰੂ ਜੀ ਕਹਿੰਦੇ ਦੁਨੀਆ ਦੀ ਚੀਜ਼ ਤੈਨੂੰ ਮੰਗਣ ਦੀ ਲੋੜ ਕੋਈ ਨਹੀਂ ਰਹਿਣੀ। 9 ਨਿਧੀਆਂ 18 ਸਿੱਧੀਆਂ ਤੇਰੇ ਪਿੱਛੇ ਲੱਗੀਆਂ ਫਿਰਦੀਆਂ, ਪਰਮਾਤਮਾ ਨੂੰ ਹਿਰਦੇ ਵਿੱਚ ਵਸਾ ਲੈ। ਪਰ ਬੰਦਾ ਇਹ ਕੰਮ ਕਰਦਾ ਨਹੀਂ। ਬੰਦਾ ਕਹਿੰਦਾ ਕੱਲੀਆਂ ਕੱਲੀਆਂ ਚੀਜ਼ਾਂ ਮੰਗ ਲਵਾਂਗਾ, ਪਰ ਮਾਲਕ ਜੀ ਤੈਨੂੰ ਨਹੀਂ ਮੰਗਦਾ। ਸਿਆਣੇ ਕਹਿੰਦੇ ਹੁੰਦੇ ਆ ਨਾ, ਹਾਥੀ ਦੀ ਪੈੜ ਵਿੱਚ ਸਾਰਾ ਕੁਝ ਹੀ ਆ ਜਾਂਦਾ ਜੇ ਪਰਮਾਤਮਾ ਨਾਲ ਅਸੀਂ ਜੁੜ ਜਾਈਏ। ਜਿਵੇਂ ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸੈ ਕਾਮ ਧੇਨਾ। ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਉਹ ਮਾਲਕ ਵਾਹਿਗੁਰੂ ਪਰਮਾਤਮਾ ਹੈ। ਪਰ ਬੰਦਾ ਕੀ ਕਰਦਾ ਹੈ? ਬੰਦਾ ਦੁਨਿਆਵੀ ਮੰਗਾ ਮੁੱਖ ਰੱਖ ਕੇ ਚੱਲਦਾ। ਤੇ ਸਤਿਗੁਰੂ ਜੀ ਕਹਿੰਦੇ ਮਾਲਕ ਜੀ ਤੁਸੀਂ ਰਹਿਮਤ ਬਖਸ਼ਿਸ਼ ਕਰੋ, ਦਇਆ ਕਰੋ, ਵਸੋ ਮਨ ਆਏ, ਮੋਹਿ ਨਿਰਗੁਣ ਲੀਜੈ ਲੜ ਲਾਏ। ਤੁਸੀਂ ਸਾਨੂੰ ਨਿਰਗੁਣ, ਸਾਡੇ ਵਿੱਚ ਗੁਣ ਕੋਈ ਨਹੀਂ। ਹੁਣ ਆਪਾਂ ਆਪਣੇ ਜੀਵਨ ਦੀ ਤੁਲਨਾ ਕਰਕੇ ਦੇਖੀਏ, ਪਤਾ ਨਹੀਂ ਜਦੋਂ ਸਾਡੀਆਂ ਅੱਖਾਂ ਖੁੱਲ੍ਹਦੀਆਂ ਨੇ ਤੇ ਸ਼ਾਮ ਤੱਕ ਜਦੋਂ ਅਸੀਂ ਸੌਂਦੇ ਹਾਂ, ਪਤਾ ਨਹੀਂ ਕਿੰਨੇ ਪਾਪ ਕਰ ਲੈਂਦੇ ਅਸੀਂ। ਇਹਨਾਂ ਅੱਖਾਂ ਨਾਲ ਕਿੰਨਾ ਅਸੀਂ ਪਰਾਇਆ ਰੂਪ ਤੱਕ ਲੈਂਦੇ ਹਾਂ। ਇਹਨਾਂ ਅੱਖਾਂ ਨਾਲ ਅਸੀਂ ਕਿੰਨੀ ਕਿਸੇ ਦੀ ਬਰਿਆਈ ਸੁਣ ਲੈਂਦੇ ਹਾਂ। ਇਸ ਜ਼ੁਬਾਨ ਦੇ ਨਾਲ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿਸੇ ਨੂੰ ਕਿੰਨੇ ਮੰਦੇ ਵਚਨ ਬੋਲ ਦਿੰਦੇ ਹਾਂ। ਇਹਨਾਂ ਹੱਥਾਂ ਦੇ ਨਾਲ ਅਸੀਂ ਪਤਾ ਨਹੀਂ ਕਿੰਨਾ ਕੁ ਦਾ ਬੁਰਾ ਕਰ ਲੈਂਦੇ। ਮੋਹਿ ਨਿਰਗੁਣ ਲੀਜੈ ਲੜ ਲਾਏ। ਗੁਣ ਕੋਈ ਨਹੀਂ ਹੈ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਉਹਨਾਂ ਨੂੰ ਸਤਿਗੁਰੂ ਜੀ ਵਾਰ-ਵਾਰ ਸਾਨੂੰ ਸਮਝਾ ਰਹੇ ਨੇ ਕਿ ਗੁਣ ਪੈਦਾ ਕਰੋ ਆਪਣੇ ਜੀਵਨ ਵਿੱਚ, ਜੇ ਤੁਸੀਂ ਉਸ ਮਾਲਕ ਦੇ ਨਾਲ ਜੁੜਨਾ ਚਾਹੁੰਦੇ ਹੋ। ਗੁਣਾ ਬਿਨਾਂ ਗੱਲ ਨਹੀਂ ਬਣਨੀ। ਮੋਹਿ ਨਿਰਗੁਣ ਲੀਜੈ ਲੜ ਲਾਏ। ਤਾਂ ਬੇਅੰਤ ਪ੍ਰਮਾਣ ਨੇ ਇਹੋ ਜਿਹੇ ਜਿਹੜੇ ਵੀਰ ਸੋਦਰ ਦੀ ਬਾਣੀ ਦਾ ਪਾਠ ਕਰਦੇ ਨੇ, ਉਹ ਵੀ ਇਸ ਸ਼ਬਦ ਨੂੰ ਪੜ੍ਹਦੇ ਹੋਣਗੇ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣੀ ਆਰੇ ਉਹ ਗੁਣ ਨਾਹੀ ਆਪੇ ਤਰਸ ਇਹ ਹੋਈ। ਹੈ ਮਾਲਕ ਜੀ ਗੁਣ ਕੋਈ ਨਹੀਂ ਹੈ, ਤੁਸੀਂ ਰਹਿਮਤ ਬਖਸ਼ਿਸ਼ ਕਰੋ, ਕਿਰਪਾ ਕਰੋ, ਤਰਸ ਕਰੋ ਸਾਡੇ ਤੇ ਸਾਨੂੰ ਆਪਣੇ ਨਾਲ ਜੋੜ ਲਓ। ਤੇ ਹੁਣ ਪਿਆਰੋ ਜਦੋਂ ਗੁਰੂ ਕੋਲੇ ਅਸੀਂ ਆਉਣ ਲੱਗ ਜਾਂਦੇ ਹਾਂ, ਬੈਠਣ ਲੱਗ ਜਾਂਦੇ ਹਾਂ, ਇਹ ਬੜੀ ਵੱਡੀ ਕਿਰਪਾ ਉਸ ਮਾਲਕ ਦੀ। ਸਮਝੋ ਕਿ ਉਹ ਮਾਲਕ ਤੁਹਾਡੇ ਤੇ ਬੜਾ ਖੁਸ਼ ਹੋਇਆ ਵਾ। ਇਹਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ ਹੈ, ਕਹੋ ਨਾਨਕ ਜੇ ਸਤ ਸੰਗ ਭਇਆ ਕਿਰਪਾਲ, ਤਿਸ ਸਤ ਸੰਗ ਮਿਲਾਇਆ। ਕਹਿਣ ਲੱਗੇ ਵੀ ਜਦੋਂ ਮਾਲਕ ਕਿਰਪਾ ਕਰਦਾ ਹੈ ਨਾ, ਤੇ ਉਹਨੂੰ ਸਤ ਸੰਗਤ ਵਿੱਚ ਬੈਠਣ ਦੀ ਜਾਚ ਦੱਸਦਾ, ਸੂਝੀ ਦੱਸਦਾ, ਉਹਦਾ ਚਿੱਤ ਕਰਦਾ ਕਿ ਮੈਂ ਸਤ ਸੰਗਤ ਕਰਾਂ। ਤੁਸੀਂ ਹਾਜ਼ਰੀਆਂ ਭਰਦੇ ਹੋ, ਤੁਹਾਡੇ ਮਨਾਂ ਅੰਦਰ ਚਾਅ ਪੈਦਾ ਹੁੰਦਾ ਹੈ, ਸਵੇਰੇ ਉੱਠਦੇ ਹੋ, ਉਦਮ ਕਰਦੇ ਹੋ, ਤੇ ਉਹ ਮਾਲਕ ਵਾਹਿਗੁਰੂ ਹੀ ਕਰ ਕਰਾ ਰਿਹਾ। ਜੇ ਕਿੰਨੇ ਨੇ ਜਿਨ੍ਹਾਂ ਦੀ ਉਸ ਵੇਲੇ ਭਾਵੇਂ ਅੱਖ ਵੀ ਖੁੱਲ੍ਹ ਜਾਵੇ ਪਰ ਮਨ ਨਹੀਂ ਮੰਨਦਾ, ਉਹ ਕਹਿੰਦੇ ਪੈ ਜਾ 10 ਮਿੰਟ ਹੋਰ, ਅਜੇ ਕੀ ਇਹ ਬਾਅਦ 'ਚ ਉੱਠਾਂਗੇ। ਤਾਂ ਇਹ ਇੱਦਾਂ ਨਾ ਸਮਝਿਆ ਕਰੋ ਕਿ ਅਸੀਂ ਆਉਂਦੇ ਹਾਂ। ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ। ਹੁਣ ਬੰਦਾ ਕਹਿੰਦਾ ਵੀ ਰੱਬ ਦੀ ਕਿਰਪਾ ਹੋਵੇ, ਤੇ ਰੱਬ ਦੀ ਕਿਰਪਾ ਪਿਆਰਾ ਸੰਗਤ ਵਿੱਚ ਆਉਣਾ, ਇਹ ਰੱਬ ਦੀ ਕਿਰਪਾ ਸਦਕਾ ਹੀ ਉਹੀ ਤੈਨੂੰ ਲੈ ਕੇ
ਤੇ ਇੱਕ ਗੱਲ ਸਮਝ ਲਿਆ ਕਰੋ ਵੀ ਜਦੋਂ ਬੱਚਾ ਸਕੂਲ ਜਾਣ ਲੱਗ ਜਾਏ ਨਾ, ਫਿਰ ਉਹ ਪੜ੍ਹ ਜਾਂਦਾ ਹੁੰਦਾ। ਹਾਂ, ਧਿਆਨ ਉਹਦਾ ਪੜ੍ਹਾਈ ਵੱਲ ਹੋਵੇ, ਫਿਰ ਉਹ ਪੜ੍ਹ ਜਾਂਦਾ ਹੈ। ਇਸੇ ਤਰ੍ਹਾਂ ਤੁਸੀਂ ਗੁਰੂ ਕੋਲੇ ਆਉਣ ਲੱਗ ਗਏ ਹੋ ਤੇ ਗੁਰੂ ਦੀ ਬਾਣੀ ਨੂੰ ਧਿਆਨ ਨਾਲ ਸੁਣ ਕੇ ਅਸੀਂ ਸਮਝਣ ਦਾ ਯਤਨ ਕਰੀਏ। ਜਦੋਂ ਗੁਰੂ ਦੇ ਸਕੂਲ ਵਿੱਚ ਅਸੀਂ ਆ ਗਏ ਹਾਂ, ਅਸੀਂ ਸਿੱਖ ਜਾਵਾਂਗੇ, ਅਸੀਂ ਪੜ੍ਹ ਜਾਵਾਂਗੇ, ਸਾਡੇ ਜੀਵਨ ਵਿੱਚ ਵੀ ਗੁਣ ਆ ਜਾਣਗੇ। ਜਿਵੇਂ ਸਤਿਗੁਰੂ ਜੀ ਕਹਿੰਦੇ ਨੇ, ਗੁਣ ਕਹਿ ਗੁਣੀ ਸਮਾਵਣੀਆਂ। ਉਹਦੇ ਗੁਣ ਗਾ ਗਾ ਕੇ, ਉਹਦੇ ਗੁਣ ਸਿੱਖ ਸਿੱਖ ਕੇ, ਫਿਰ ਉਸ ਗੁਣਾਂ ਦੇ ਖਜ਼ਾਨੇ ਮਾਲਕ ਵਿੱਚ ਬੰਦਾ ਸਮਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਮੋਹਿ ਨਿਰਗੁਣ ਬੀਜੈ ਲਵ ਲਾਏ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਫਿਰ ਉਹਦੇ ਨਾਲ ਜੁੜ ਜਾਈਏ, ਪ੍ਰਭ ਚਿਤ ਆਵੇ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ। ਕਹਿੰਦੇ ਫਿਰ ਕਿਹੜਾ ਦੁੱਖ ਭਾਈ, ਫਿਰ ਕਿਹੜੀ ਤਕਲੀਫ, ਜਦੋਂ ਉਹਦੇ ਨਾਲ ਜੁੜ ਜਾਈਏ ਫਿਰ ਤਾਂ ਸਾਰਾ ਕੁਝ ਮੁੱਕ ਹੀ ਜਾਂਦਾ। ਫਿਰ ਤੇ ਆਪਾਂ ਜਦੋਂ ਸਿੱਖ ਇਤਿਹਾਸ ਦੀ ਗੱਲ ਕਰਦੇ ਆਂ ਵੀ ਕਿੰਨੇ ਕਿੰਨੇ ਤਸੀਹੇ ਚੱਲ ਲਏ, ਉਹ ਕਹਿੰਦੇ ਤੁਹਾਨੂੰ ਦੁੱਖ ਦੇਣਾ, ਉਹ ਕਹਿੰਦੇ ਤੁਹਾਨੂੰ ਕਸ਼ਟ ਦੇਣਾ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਰਖਸ਼ੀਰ ਕਹਿੰਦਾ ਸੀ ਨਾ, ਕਹਿੰਦਾ ਸੀ ਬੰਦਾ ਸਿੰਘ ਤੇਰੀ ਮੌਤ ਵਿੱਚ ਤੇਰੀ ਜਿੱਤ ਹੈ, ਤੇ ਜੇ ਮੈਂ ਤੈਨੂੰ ਝੁਕਾ ਲਵਾਂ ਤੇ ਮੇਰੀ ਜਿੱਤ ਹੈ। ਤੇ ਹੁਣ ਕਹਿ ਲਓ ਇਦੋਂ ਵੱਡੇ ਦੁੱਖ ਕਸ਼ਟ ਤਾਂ ਸਾਡੇ ਜੀਵਨ ਵਿੱਚ ਆ ਨਹੀਂ ਸਕਦੇ। ਉਹਨਾਂ ਨੇ ਤਾਂ ਆਖਿਆ ਨਹੀਂ ਕਿ ਹੈ ਮਰ ਗਿਆ, ਆਖਿਆ ਕਦੇ? ਅਸੀਂ ਤੇ ਇਦਾਂ ਆਮ ਹੀ ਸਾਡੇ ਦਿਨ ਦੇ ਵਿੱਚ ਕੋਈ ਮਾੜਾ ਮੋਟਾ ਵਾਧਾ ਘਾਟਾ ਹੋ ਜੇ ਕੰਮ ਕਾਰ ਕਰਦੇ ਜੋ ਬੰਦਾ ਕਹਿੰਦਾ ਹੈ ਮਰ ਗਏ। ਬੱਚੇ ਨੂੰ ਸਾਹਮਣੇ ਸ਼ਹੀਦ ਕੀਤਾ ਜਾਂਦਾ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਮੂਰਾ ਨਾਲ ਮਾਸ ਨੁੱਚਿਆ ਜਾਂਦਾ, ਸੱਜੀ ਅੱਖ ਕੱਢ ਦਿੱਤੀ ਜਾਂਦੀ ਹੈ, ਖੱਬੀ ਅੱਖ ਕੱਢ ਦਿੱਤੀ ਜਾਂਦੀ ਹੈ, ਜ਼ੁਬਾਨ ਕੱਟ ਦਿੱਤੀ ਜਾਂਦੀ ਹੈ। ਫਿਰ ਉਹਨਾਂ ਦੇ ਅੰਗ ਜਿਵੇਂ ਗਿੱਟਿਆਂ ਕੋਲੋਂ ਗਿੱਟੇ ਕੱਟ ਦਿੱਤੇ ਜਾਂਦੇ ਨੇ, ਗੋਡਿਆਂ ਕੋਲੋਂ ਲੱਤਾਂ ਕੱਟ ਦਿੱਤੀਆਂ ਜਾਂਦੀਆਂ ਨੇ, ਗੁੱਟ ਕੱਟ ਦਿੱਤੇ ਜਾਂਦੇ ਨੇ, ਕੂਹਣੀਆਂ ਕੋਲੋਂ ਬਾਹਾਂ ਕੱਟ ਦਿੱਤੀਆਂ ਜਾਂਦੀਆਂ ਨੇ। ਇਹ ਕਿਹੜਾ ਸੁੱਖ ਹੈ ਜੀ? ਪਰਮਾਤਮਾ ਚਿੱਤ ਆਵੇ ਤੇ ਸਤਿਗੁਰੂ ਜੀ ਕਹਿੰਦੇ ਬੰਦਾ ਭੀੜ ਵਿੱਚ ਮਹਿਸੂਸ ਨਹੀਂ ਕਰਦਾ, ਬੰਦਾ ਦੁੱਖਾਂ ਵਿੱਚ ਮਹਿਸੂਸ ਨਹੀਂ ਕਰਦਾ। ਤੇ ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਗੁਣ ਕਮਾਵੇਂਗਾ ਨਾ ਜੀਵਨ ਦੇ ਵਿੱਚ, ਤੇ ਫਿਰ ਤੇਰਾ ਜੀਵਨ ਬਣ। ਪ੍ਰਭ ਚਿਤ ਆਵੇ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ। ਫਿਰ ਕਹਿੰਦੇ ਜਮਾਂ ਦਾ ਦੁੱਖ ਨਹੀਂ ਲੱਗਦਾ। ਹੁਣ ਜਮ ਆਪਾਂ ਕਈ ਵਾਰ ਇਹ ਗੱਲ ਸਮਝੀਏ, ਜਮ ਕੀ ਹੈ? ਸਾਡੇ ਕੀਤੇ ਹੋਏ ਭੈੜੇ ਖੋਟੇ ਕਰਮ ਹੀ ਜਮ ਨੇ। 5 ਵਿਕਾਰ ਜਿਹੜੇ ਜਿਨ੍ਹਾਂ ਦੇ ਪਿੱਛੇ ਲੱਗ ਕੇ ਬੰਦਾ ਭੈੜੇ ਕੁਕਰਮ ਕਰਦਾ ਹੈ, ਤੇ ਫਿਰ ਸਜ਼ਾ ਕਿਹਨੂੰ ਮਿਲਦੀ ਹੈ? ਬੰਦੇ ਨੂੰ। ਮਾੜਾ ਕੰਮ ਕੀਤਾ ਕਾਮ ਦੇ ਵੱਸ ਪੈ ਕੇ, ਤੇ ਜੇਲ੍ਹ ਵਿੱਚ ਕੌਣ ਸੜ ਰਿਹਾ? ਰਾਮ ਰਹੀਮ। ਕਾਮ ਨੂੰ ਤਾਂ ਕਿਸੇ ਨੇ ਕੁਝ ਨਹੀਂ ਆਖਿਆ, ਉਹ ਤੇ ਨਿਫਰ ਫੰਡ ਹੋ ਗਿਆ। ਜਿਵੇਂ ਸਤਿਗੁਰੂ ਜੀ ਕਹਿੰਦੇ ਢਾਹੇ ਮੜੋਲੀ ਲੁੱਟਿਆ ਦਿਉਰਾ, ਸਾਹ ਧਨ ਪਕੜੀ ਏਕ ਜਨਾ, ਗਲ ਸੰਗਲ ਜਮ ਡੰਡਾ ਪੜਿਆ, ਭਾਗ ਗਏ ਸੇ 5 ਜਨ। ਕਹਿੰਦੇ ਪਾਪ ਕੀਤੇ ਬੰਦੇ ਨੇ ਵਿਸ਼ੇ ਵਿਕਾਰਾਂ ਦੇ ਮਗਰ ਲੱਗ ਕੇ 5 ਵਿਕਾਰਾਂ ਦੇ ਭਾਗ ਗਏ ਸੇ 5 ਜਨਾ। 5 ਵਿਕਾਰਾਂ ਦੀ ਗੱਲ ਹੋ ਰਹੀ ਹੈ। ਕਹਿੰਦੇ ਜਦੋਂ ਗਲ ਵਿੱਚ ਸੰਗਲ ਪਏ ਨਾ ਆ ਕੇ, ਦੁੱਖ ਕਸ਼ਟ ਮਿਲੇ ਸਰੀਰ ਨੂੰ, ਤੇ 5 ਤੇਰੇ ਨਾਲ ਖੜੇ ਨੇ। ਵੀ ਕਾਮ ਨੇ ਆਖਿਆ ਹੋਵੇ ਤੂੰ ਮੇਰਾ ਚਸਕਾ ਪੂਰਾ ਕੀਤਾ ਹੈ, ਚੱਲ ਮੈਨੂੰ ਵੀ, ਮੈਂ ਵੀ ਇਹਦਾ ਹੱਕਦਾਰ ਹਾਂ, ਸਜ਼ਾ ਮੈਨੂੰ ਵੀ ਹੋਣੀ ਚਾਹੀਦੀ। ਕਦੇ ਕ੍ਰੋਧ ਨੇ ਆਖਿਆ? ਕ੍ਰੋਧ ਦੇ ਵਿੱਚ ਪੈ ਕੇ ਤੂੰ ਕਿਸੇ ਦਾ ਨੁਕਸਾਨ ਕੀਤਾ, ਕਿਸੇ ਦਾ ਕਤਲ ਕਰ ਦਿੱਤਾ ਕ੍ਰੋਧ ਵਿੱਚ ਆ ਕੇ, ਤੇ ਕ੍ਰੋਧ ਨੇ ਕਦੇ ਸਜ਼ਾ ਭੁਗਤੀ ਹੈ? ਸਤਿਗੁਰੂ ਜੀ ਕਹਿੰਦੇ ਜਮ ਡੰਡਾ ਕਰ ਸੰਗਲ ਫੜਿਆ, ਭਾਗ ਗਏ ਸੇ 5 ਜਨਾ। ਸਤਿਗੁਰੂ ਜੀ ਕਹਿੰਦੇ ਸੰਗਲ ਤੇਰੇ ਗਲ ਵਿੱਚ ਪੈ ਗਏ, 5 ਨੇ ਤਾਂ ਭੱਜ ਜਾਣਾ, ਭੱਜ ਜਾਣਾ। ਹਰ ਸੇਵਕ ਨਾਹੀ ਜਮ ਪੀੜ। ਆਪਾਂ ਪੜ੍ਹਦੇ ਹੁੰਦੇ ਸਤਿਗੁਰੂ ਜੀ ਦੀ ਬਾਣੀ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ। ਤੇਰਾ ਨਾਂ ਕੀ ਹੈ? ਰੱਬੀ ਗੁਣ ਹੈ ਮਾਲਕ ਜੀ। ਜਦੋਂ ਗੁਣ ਜੀਵਨ ਵਿੱਚ ਆ ਗਏ, ਬੁਰਾਈਆਂ ਨਿਕਲ ਗਈਆਂ, ਸਤ ਸੰਤੋਖ ਆ ਗਿਆ, ਉੱਚਾ ਆਚਰਨ ਆ ਗਿਆ, ਉੱਚਾ ਕਰੈਕਟਰ ਹੋ ਗਿਆ, ਫਿਰ ਕਾਮ ਵਾਲੇ ਪਾਸੇ ਬੰਦਾ ਕਿਉਂ ਜਾਏਗਾ? ਜਦੋਂ ਜੀਵਨ ਵਿੱਚ ਸ਼ਾਂਤੀ ਆ ਗਈ, ਧੀਰਜ ਆ ਗਿਆ, ਫਿਰ ਬੰਦੇ ਨੂੰ ਕ੍ਰੋਧ ਕਿਉਂ ਤੰਗ ਕਰੇਗਾ? ਇਹਨਾਂ ਚੀਜ਼ਾਂ ਦੇ ਨਾਲ ਜੀਵਨ ਸੌਖਾ ਹੋ। ਭਾਵ ਨਾਏ ਤੇਰਾ ਛੱਡ ਜਾਏ, ਇਹੀ ਰੱਬੀ ਗੁਣ ਹੀ ਪਰਮਾਤਮਾ ਦਾ ਨਾਮ ਹੈ। ਤਾਂ ਹੁਣ ਇਹਨਾਂ ਚੀਜ਼ਾਂ ਤੋਂ ਬਿਨਾਂ ਪਿਆਰੋ ਸਾਡਾ ਜੀਵਨ ਸੌਖਾ ਹੋ ਹੀ ਨਹੀਂ ਸਕਦਾ। ਤੁਸੀਂ ਆਪੇ ਹੀ ਅੰਦਾਜ਼ਾ ਲਾ ਕੇ ਦੇਖ ਲਓ। 5 ਵਿਕਾਰਾਂ ਨੇ ਤੰਗ ਕਰਦੇ ਰਹਿਣਾ,
ਜਿੰਨਾ ਚਿਰ ਸਬਰ, ਸੰਤੋਖ, ਦਇਆ, ਧਰਮ, ਧੀਰਜ ਇਹ ਚੀਜ਼ਾਂ ਨਹੀਂ ਆਉਂਦੀਆਂ ਜੀਵਨ ਦੇ ਵਿੱਚ। ਤਾਂ ਹੁਣ ਪਿਆਰਿਓ ਸਤਿਗੁਰੂ ਜੀ ਕਹਿੰਦੇ ਹਰ ਸੇਵਕ ਨਾਹੀ ਜਮ ਭੀੜ, ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ। ਫਿਰ ਉਹ ਨਹੀਂ ਖੜਦੇ, ਜਿੱਥੇ ਪਰਮਾਤਮਾ ਦੀ ਯਾਦ ਆ ਜਾਂਦੀ, ਸਿਮਰਨ ਆ ਜਾਂਦਾ ਰੱਬੀ ਗੁਣ ਦੇ, ਫਿਰ ਨਹੀਂ ਖੜਦੇ। ਖੜਨਗੇ ਕਿਉਂ? ਹੁਣ ਮੰਨ ਲਓ ਵੀ ਤੁਹਾਨੂੰ ਕੋਈ ਮਾਰਨ ਪਿਆ, ਤੁਹਾਡੇ ਨਾਲ ਤੁਹਾਡੇ ਮਿੱਤਰ ਖੜ ਗਏ ਆ ਕੇ, ਅਗਲਾ ਭੱਜ ਜਾਂਦਾ, ਅਗਲਾ ਕਹਿੰਦਾ ਵੀ ਉਹਦੇ ਨਾਲ ਦੇ ਆ ਗਏ, ਤੇ ਇਹ ਚੰਗੇ ਗੁਣ ਸਾਡੇ ਮਿੱਤਰ ਹੋਣਗੇ ਤੇ ਮਾੜੇ ਔਗਣ ਆਪੇ ਪਾਸੇ ਹੋ ਜਾਣੇ ਨੇ, ਆਪੇ ਭੱਜ ਜਾਣੇ। ਤਾਂ ਸਤਿਗੁਰੂ ਜੀ ਨੇ ਸਮਝਾਉਣ ਦਾ ਯਤਨ ਕੀਤਾ, ਕਹਿੰਦੇ ਪਿਆਰਿਓ ਜ਼ਿੰਦਗੀ ਜਿਉਣ ਦਾ ਆਸਰਾ ਬਣਾਓ ਇਹਨਾਂ ਚੀਜ਼ਾਂ ਨੂੰ, ਅਗਣਤ ਗੁਣ, ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ, ਵਿਸਾਰੋ ਨਾ। ਰੱਬ ਕਾ ਨਾਮ ਮਨ ਤਨ ਆਧਾਰ, ਬਿਸਰਤ ਨਾਮ ਹੋਵਤ ਤਨ ਸ਼ਾਰ। ਕਹਿੰਦੇ ਪਰਮਾਤਮਾ ਦਾ ਨਾਮ, ਰੱਬੀ ਗੁਣ ਨੇ ਜਿਹੜੇ, ਉਹ ਸਾਡੇ ਜ਼ਿੰਦਗੀ ਜਿਉਣ ਦਾ ਆਸਰਾ ਨੇ। ਮਨ ਤਨ ਆਧਾਰ, ਸਾਡੇ ਮਨ ਦਾ ਆਸਰਾ, ਸਾਡੇ ਸਰੀਰ ਦਾ ਸਹਾਰਾ। ਆਪਾਂ ਪੜ੍ਹਦੇ ਨੇ ਗੁਰੂ ਸਾਹਿਬ ਦੀ ਬਾਣੀ, ਸਾਚਾ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਭਾਵ ਕਿ ਸੱਚਾ, ਭਾਵ ਰੱਬੀ ਗੁਣ ਸਾਡੇ ਜੀਵਨ ਦਾ ਆਸਰਾ। ਤੇ ਜਦੋਂ ਕਹਿੰਦੇ ਪਰਮਾਤਮਾ ਵਿਸਰ ਜਾਵੇ, ਪ੍ਰਭ ਕਾ ਨਾਮ ਮਨ ਤਨ ਆਧਾਰ, ਬਿਸਰਤ ਨਾਮ ਹੋਤ ਤਨ ਸ਼ਾਰ, ਕਹਿੰਦੇ ਫਿਰ ਤਾਂ ਇਹ ਮਿੱਟੀ ਦੀ ਢੇਰੀ ਆ, ਕੱਖ ਵੀ ਨਹੀਂ। ਆਪਾਂ ਆਮ ਹੀ ਕਹਿ ਦਿੰਦੇ ਹਾਂ, ਗੱਲਾਂ ਕਰਦੇ, ਸਰੀਰ ਤਾਂ ਮਿੱਟੀ ਹੈ ਜੀ। ਤੇ ਜਦੋਂ ਰੱਬੀ ਗੁਣ ਵਿਸਰ ਗਏ, ਸਤਿਗੁਰੂ ਜੀ ਕਹਿੰਦੇ ਵਾਕਈ ਮਿੱਟੀ ਹੈ, ਇਹਦੇ ਵਿੱਚ ਸ਼ੱਕ ਹੀ ਕੋਈ ਨਹੀਂ, ਸ਼ੱਕ ਹੀ ਕੋਈ ਨਹੀਂ। ਫਿਰ ਠੋਕਰਾਂ ਪੈਂਦੀਆਂ, ਮਿੱਟੀ ਦੀ ਢੇਰੀ ਹੈ, ਠੇਡੇ ਵੱਜਦੇ ਨੇ, ਉਹਦੀ ਕਦਰ ਥੋੜ੍ਹਾ ਹੁੰਦੀ ਹੈ। ਇਸੇ ਤਰ੍ਹਾਂ ਅਸੀਂ ਰੱਬ ਨਾਲੋਂ ਟੁੱਟ ਕੇ ਜਿਹੜਾ ਜੀਵਨ ਜਿਉਣੇ ਹੈ, ਉਹਦੀ ਕੋਈ ਬਹੁਤੀ ਕਦਰ ਤਾਂ ਹੈ ਨਹੀਂ। ਚਲੋ 5-7 ਮਿੱਤਰ ਦੋਸਤ ਅਸੀਂ ਆਪਣੇ ਅੱਗੇ ਬਣਾ ਲੈਂਦੇ, ਉਹ ਵੀ ਮਿੱਟੀ ਦੀਆਂ ਢੇਰੀਆਂ ਹੀ ਹੁੰਦੀਆਂ। ਪਰ ਜੇ ਅਸੀਂ ਕਹੀਏ ਵੀ ਦੁਨੀਆ ਦੇ ਲੋਕ ਸਾਡਾ ਸਤਿਕਾਰ ਕਰਨ, ਸਮੁੱਚਾ ਸਮਾਜ ਸਤਿਕਾਰ ਕਰੇ, ਤੇ ਪਿਆਰੋ ਇਹ ਤਾਂ ਨਹੀਂ ਹੁੰਦਾ। ਫਿਰ ਸਾਡੀ ਇਹੋ ਜਿਹੀ ਅਵਸਥਾ ਥੋੜ੍ਹਾ ਬਣਦੀ। ਬਿਸਰਤ ਨਾਮ ਹੋਵਤ ਤਨ ਸ਼ਾਰ, ਪ੍ਰਭ ਚਿਤਾਏ ਪੂਰਨ ਸਭ ਕਾਜ, ਹਰ ਵਿਸਰਤ ਸਭ ਕਾ ਮੁਹਤਾਜ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਨਾਲ ਜੁੜ ਜਾਵੇਂ, ਤੇਰੇ ਸਾਰੇ ਕਾਰਜ ਪੂਰੇ ਹੋ ਜਾਣੇ। ਉਹ ਕਾਰਜ ਦੇਖੋ, ਹੁਣ ਪਿਆਰੇ ਜਦੋਂ ਬੰਦਾ ਨਾ ਵਿਚਾਰਧਾਰਾ ਨਾਲ ਨਹੀਂ ਜੁੜਿਆ, ਉਹਨੂੰ ਲੱਗਦਾ ਵੀ ਸ਼ਾਇਦ ਵੀ ਮੇਰੇ ਆ ਦੁਨਿਆਵੀ ਕੰਮ ਕਾਰ ਨੇ। ਨਹੀਂ, ਅਸਲ ਕਾਰਜਾਂ ਦੀ ਗੱਲ ਉਹ ਹੋ ਰਹੀ ਹੈ ਜਿਨ੍ਹਾਂ ਦੇ ਨਾਲ ਸਾਡਾ ਜੀਵਨ ਸਫਲਾ ਹੋਣਾ। ਉਹ ਕਾਰਜਾਂ ਦੀ ਗੱਲ ਹੋ ਰਹੀ ਹੈ। ਗੁਰ ਪੂਰਾ ਜਨ ਸਿਮਰਿਆ ਸਈ ਭਈ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੇ ਰਸ। ਪੂਰੇ ਗੁਰੂ ਦੇ ਸਿਧਾਂਤ ਨੂੰ ਚੇਤੇ ਰੱਖਿਆ, ਪੂਰੇ ਗੁਰੂ ਦੇ ਦੱਸੇ ਅਨੁਸਾਰ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ। ਨਾਮ ਆਰਾਧਨਾ ਭਾਵ ਜੋ ਗੁਰੂ ਨੇ ਸਿੱਖਿਆ ਦੇ ਕੇ ਸਾਨੂੰ ਇਸ ਤਰ੍ਹਾਂ, ਭਾਵ ਕਿ ਇਸ ਤਰ੍ਹਾਂ ਚੱਲੋ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਕਹਿੰਦੇ ਇਸ ਤਰੀਕੇ ਜਿਹਨੇ ਨਾਮ ਆਰਾਧਿਆ ਕਾਰਜ ਆਵੇ ਰਾਸ। ਤੇ ਸਤਿਗੁਰੂ ਜੀ ਕਹਿੰਦੇ ਉਹਦਾ ਮਨੁੱਖੀ ਜੀਵਨ ਦਾ ਕਾਰਜ ਫਿਰ ਰਾਸ ਹੋ ਜਾਂਦਾ। ਸਤਿਗੁਰੂ ਜੀ ਕਹਿੰਦੇ ਪ੍ਰਭ ਚਿਤਾਏ ਪੂਰਨ ਸਭ ਕਾਜ, ਹਰ ਵਿਸਰਤ ਸਭ ਕਾ ਮੁਹਤਾਜ। ਜਦੋਂ ਪਰਮਾਤਮਾ ਵਿਸਰ ਜਾਂਦਾ ਫਿਰ ਤੇ ਬੰਦਾ ਭਾਈ ਥਾਂ ਥਾਂ ਤੇ ਹੱਥ ਅੜਦਾ ਫਿਰਦਾ, ਸਭ ਦਾ ਮੁਹਤਾਜ ਹੁੰਦਾ, ਸਭ ਦੇ ਅੱਗੇ ਮੰਗਤਾ ਬਣਿਆ ਹੁੰਦਾ। ਤੇ ਜਿਹੜੇ ਲੋਕ ਮਾਨਤਾਵਾਂ ਪੂਜਾ ਕਰਦੇ ਨੇ, ਕੋਈ ਕਿਸੇ ਦੀ ਕੋਈ ਕਿਸੇ ਦੀ, ਤੇ ਇਸੇ ਤਰ੍ਹਾਂ ਦੇ ਜੀਵਨ ਹੈ। ਹਰ ਸਿਮਰਤ ਸਭ ਕਾ ਮੁਹਤਾਜ, ਉਹ ਭਿਖਾਰੀ ਬਣ ਜਾਂਦਾ, ਦਰ ਦਰ ਤੇ ਹੱਥ ਅੜਦਾ ਫਿਰਦਾ। ਚਰਨ ਕਮਲ ਸੰਗ ਲਾਗੀ ਪ੍ਰੀਤ, ਵਿਸਰ ਗਈ ਸਭ ਦੁਰਮਤ ਰੀਤ। ਪਰਮਾਤਮਾ ਦੇ ਚਰਨ ਕਮਲਾਂ ਨਾਲ ਚਿੱਤ ਜੁੜ ਗਿਆ, ਖੋਟੀ ਮਤ ਦੂਰ ਹੋ ਗਈ। ਆਪਾਂ ਪੜ੍ਹਦੇ ਹੁੰਦੇ ਹਾਂ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ। ਭਾਵ ਕਿ ਜਦੋਂ ਸ਼ਬਦ ਨਾਲ, ਰੱਬੀ ਗਿਆਨ ਨਾਲ ਸੁਰਤ ਜੁੜ ਗਈ, ਤੇ ਸਤਿਗੁਰੂ ਜੀ ਕਹਿੰਦੇ ਵਿਸਰ ਗਈ ਸਭ ਦੁਰਮਤ ਰੀਤ। ਜਿੰਨੀ ਖੋਟੀ ਮਤ ਸੀ, ਭੈੜੀ ਮਤ ਸੀ, ਜਿਹਦੇ ਅਨੁਸਾਰ ਜੀਵਨ ਚੱਲ ਰਿਹਾ ਸੀ, ਉਹ ਫਿਰ ਹੁਣ ਵਿਸਰ ਗਈ। ਹੌਲੀ ਹੌਲੀ ਬੁਰਾਈਆਂ ਨਿਕਲ ਜਾਂਦੀਆਂ। ਤੁਸੀਂ ਸ਼ਬਦ ਦੀ ਵਿਚਾਰ ਨੂੰ ਸੁਣਨ ਦਾ ਯਤਨ ਕਰੋ, ਸਮਝਣ ਦਾ ਯਤਨ ਕਰੋ, ਤੇ ਹੌਲੀ ਹੌਲੀ ਤੁਸੀਂ ਬੁਰੇ ਕੰਮਾਂ ਤੋਂ ਪਿੱਛੇ ਹਟ ਜਾਓਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਤਿਗੁਰੂ ਜੀ ਕਹਿੰਦੇ ਵਿਸਰ ਗਈ ਸਭ ਦੁਰਮਤ ਰੀਤ, ਮਨ ਤਨ ਅੰਤਰ ਹਰ ਹਰ ਮੰਤ। ਭਾਵ ਮਨ ਵਿੱਚ, ਸਰੀਰ ਵਿੱਚ, ਮੰਤ ਭਾਵ ਉਹ ਜੁਗਤੀ, ਉਹ ਢੰਗ ਤਰੀਕਾ, ਪਰਮਾਤਮਾ ਦੀ ਰਜ਼ਾ, ਰੱਬੀ ਹੁਕਮ ਜੋ ਸਾਨੂੰ ਗੁਰੂ ਦੀ ਬਾਣੀ ਵਿੱਚੋਂ ਸਮਝ ਆਉਂਦੇ ਨੇ। ਮੰਤ ਤੋਂ ਭਾਵ ਹੁੰਦਾ ਮੰਤਰ, ਤੇ ਮੰਤਰ ਕੀ ਹੈ? ਗੁਰੂ ਦੀ ਬਾਣੀ ਦੇ ਗਿਆਨ ਵਿੱਚ ਜਿਹੜੀ ਸੋਝੀ ਹੈ ਉਹ ਮੰਤਰ ਹੈ। ਤੇ ਕਹਿਣ ਲੱਗੇ ਮਨ ਤਨ ਮੰਤ ਹਰ ਹਰ ਮੰਤ, ਨਾਨਕ ਭਗਤਨ ਕਹਿ ਘਰ ਸਦਾ ਆਨੰਦ। ਤੇ ਫਿਰ ਜਿਨ੍ਹਾਂ ਦੇ ਜੀਵਨ ਵਿੱਚ ਰੱਬੀ ਰਜ਼ਾ, ਰੱਬੀ ਭਾਣਾ, ਰੱਬੀ ਗੁਣ ਆ ਜਾਂਦੇ ਨੇ, ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਹਿਰਦੇ ਘਰ ਵਿੱਚ ਸਦਾ ਆਨੰਦ ਹੁੰਦਾ ਹੈ, ਸਦਾ ਟਿਕਾ ਹੁੰਦਾ ਹੈ। ਨਾਨਕ ਭਗਤਾਂ ਸਦਾ
ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਫਿਰ ਦੁੱਖਾਂ ਦਾ ਨਾਸ ਹੋ ਜਾਂਦਾ, ਸਦਾ ਆਨੰਦ, ਸਦਾ ਖੁਸ਼ੀਆਂ ਖੇੜੇ ਉਹਨਾਂ ਦੇ ਜੀਵਨ ਵਿੱਚ ਬਣੇ ਰਹਿੰਦੇ ਨੇ। ਤੇਰੇ ਘਰ ਆਨੰਦ ਵਧਾਈ ਖੁਦ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਦ। ਉਹ ਮਾਲਕ ਵਾਹਿਗੁਰੂ ਦੇ ਘਰੇ ਸਦਾ ਹੀ ਆਨੰਦ ਹੈ, ਸਦਾ ਹੀ ਖੁਸ਼ੀਆਂ ਹੈ। ਹੁਣ ਯਤਨ ਕਰੀਏ ਕਿ ਅਸੀਂ ਆਪਣੇ ਜੀਵਨ ਨੂੰ ਸੋਹਣਾ ਬਣਾਈਏ ਪਿਆਰੋ, ਗੁਰਮਤਿ ਨੂੰ ਗਿਆਨ ਨੂੰ ਸਮਝ ਕੇ। ਸੋ ਸਭਨਾਂ ਦਾ ਧੰਨਵਾਦ, ਕੋਟਨ ਕੋਟ ਧੰਨਵਾਦ ਸਤਿਗੁਰੂ ਜੀ ਦਾ। ਸਾਹਿਬ ਜੀ ਦੇ ਹਜ਼ੂਰ ਵਿਚਾਰਾਂ ਕਰਦਿਆਂ ਬੋਲਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਤਰੁੱਟੀਆਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਸੰਗਤ ਬਖਸ਼ਣ ਜੋਗਾ ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।